ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵੀਡੀਓ ਗੁਰਪ੍ਰਤਾਪ ਸੂਰਜ ਵਿੱਚੋਂ ਜੋ ਵਿਧੀ ਗੁਰਪ੍ਰਤਾਪ ਸੂਰਜ ਨੇ ਦਿੱਤੀ ਹੈ ਕਿ ਪਿੱਤਰ ਲੋਕ ਵਿੱਚ ਜਾਂ ਇੱਕ ਸਥਾਨ ਤੋਂ ਦੂਸਰੇ ਸਥਾਨ 'ਤੇ ਅਰਦਾਸ ਕਰਕੇ ਕੋਈ ਵਸਤੂ ਕਿਵੇਂ ਪਹੁੰਚਾਈ ਜਾ ਸਕਦੀ ਹੈ, ਉਸ ਦੇ ਬਾਰੇ ਆਪਾਂ ਵਿਚਾਰ ਕਰਨੀ ਹੈ। ਇਹ ਜੋ ਕਹਾਣੀ ਹੈ, ਇਹ ਸਾਖੀ ਹੈ, ਗੁਰੂ ਅਮਰਦਾਸ ਜੀ ਦੇ ਸਮੇਂ ਦੀ ਹੈ। ਬਹੁਤ ਸਿੱਖ ਸੰਗਤਾਂ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਕਰਦੀਆਂ ਸਨ। ਇੱਕ ਦਿਨ ਸਿੱਖ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਦੇ ਕੋਲ ਬੇਨਤੀ ਕੀਤੀ ਕਿ ਸਤਿਗੁਰੂ ਜੀ, ਸੰਗਤਾਂ ਦੀ ਬਹੁਤ ਆਵਾਜਾਈ ਰਹਿੰਦੀ ਹੈ, ਪਰ ਸਾਰੀਆਂ ਸੰਗਤਾਂ ਇਕੱਲੀਆਂ ਇਕੱਲੀਆਂ ਆਉਂਦੀਆਂ ਹਨ। ਕਿੰਨਾ ਚੰਗਾ ਹੋਵੇ ਸਾਲ ਵਿੱਚ ਇੱਕ ਦਿਨ ਮਿਥ ਲਿਆ ਜਾਵੇ, ਜਿਸ ਦਿਨ ਅਸੀਂ ਸਾਰੇ ਗੁਰਸਿੱਖ ਗੁਰ ਭਾਈ ਮਿਲ ਬੈਠ ਕੇ ਸਤਸੰਗਤ ਕਰੀਏ। ਨਾਲੇ ਇੱਕ ਦੂਜੇ ਨਾਲ ਪਿਆਰ ਵਧੇਗਾ, ਇੱਕ ਦੂਜੇ ਨਾਲ ਜਾਣ ਪਹਿਚਾਣ ਹੋਵੇਗੀ। ਗੁਰੂ ਸਾਹਿਬ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਕਿ ਭਾਈ ਪਾਰੋ, ਤੂੰ ਮੇਰੇ ਮਨ ਦੀ ਗੱਲ ਬੁੱਝ ਲਈ। ਮੈਂ ਵੀ ਅਜਿਹਾ ਹੀ ਸੋਚ ਰਿਹਾ ਸੀ। ਇਸ ਤਰ੍ਹਾਂ ਕਰਕੇ ਸਲਾਹ ਕੀਤੀ ਅਤੇ ਸਾਲ ਵਿੱਚ ਇੱਕ ਦਿਨ, ਵਿਸਾਖੀ ਦੀ ਸੰਗਰਾਂਦ ਵਾਲਾ ਦਿਨ, ਉਹਨਾਂ ਨੇ ਪੱਕਾ ਕਰ ਲਿਆ ਕਿ ਇਸ ਦਿਨ ਸਾਰੇ ਗੁਰਸਿੱਖਾਂ ਦਾ ਜੋ ਹੈ ਸੰਗਤ ਇਕੱਠੀ ਹੋ ਕੇ ਪ੍ਰੋਗਰਾਮ ਕਰਿਆ ਕਰਾਂਗੇ, ਜੋੜ ਮੇਲਾ ਕਰਿਆ ਕਰਾਂਗੇ। ਸਾਰੇ ਪਿੰਡਾਂ ਥਾਵਾਂ 'ਤੇ ਜਿੱਥੇ ਜਿੱਥੇ ਵੀ ਸਿੱਖ ਵਸਦੇ ਸਨ, ਉਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਨੇ ਜੋ ਚਿੱਠੀਆਂ ਭਿਜਵਾ ਦਿੱਤੀਆਂ ਕਿ ਵਿਸਾਖੀ ਦੇ ਮੌਕੇ 'ਤੇ ਅਸੀਂ ਜਿਹੜਾ ਹੈ ਸਾਰਾ ਵੱਡਾ ਜੋੜ ਮੇਲਾ ਕਰਨਾ ਹੈ। ਸਾਰੀਆਂ ਸੰਗਤਾਂ ਹੁਮ ਹੁਮਾ ਕੇ ਦਰਸ਼ਨ ਦੇਵੋ। ਵਿਸਾਖੀ ਦਾ ਦਿਨ ਆਇਆ, ਬਹੁਤ ਸਾਰੀ ਸੰਗਤ ਇਕੱਠੀ ਹੋਈ, ਬਹੁਤ ਜ਼ਿਆਦਾ ਰੌਣਕ ਮੇਲਾ ਹੋਇਆ। ਸੰਗਤਾਂ ਪੰਗਤਾਂ ਵਿੱਚ ਬੈਠ ਕੇ ਲੰਗਰ ਛਕਦੀਆਂ ਹਨ, ਸੰਗਤ ਕਰਦੀਆਂ ਹਨ, ਆਪਸ ਵਿੱਚ ਮੇਲ ਮਿਲਾਪ ਕੀਤੇ, ਬੜਾ ਆਨੰਦ ਆਇਆ। ਖਾਸ ਕਰਕੇ ਉਹਨਾਂ ਨੂੰ ਜਿਹੜੇ ਨੀਵੀਆਂ ਜਾਤਾਂ ਦੇ ਲੋਕ, ਵਰਨ ਆਸ਼ਰਮ ਅਨੁਸਾਰ ਜਿਨ੍ਹਾਂ ਨੂੰ ਧਰਮ ਖੇਤਰ ਵਿੱਚ ਜਾਣ ਦੀ ਆਗਿਆ ਨਹੀਂ ਸੀ, ਉਹ ਜ਼ਿਆਦਾ ਆਨੰਦਿਤ ਹੋਏ ਔਰ ਬਹੁਤ ਖੁਸ਼ ਹੋਏ ਕਿ ਕਿੱਦਾਂ ਗੁਰੂ ਸਾਹਿਬ ਨੇ ਕਿੰਨਾ ਸੋਹਣਾ ਇੱਕ ਨਵਾਂ ਮਾਰਗ ਚਲਾਇਆ ਹੈ, ਜਿਸ ਵਿੱਚ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਾਂਦੀ ਹੈ। ਸ਼ਾਮ ਨੂੰ ਚਾਈਂ ਲੋਕ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਚਲੇ ਗਏ। ਆਪਣੇ ਪਿੰਡਾਂ ਥਾਵਾਂ 'ਤੇ ਜਾ ਕੇ ਉਹ ਜੋੜ ਮੇਲੇ ਦੀਆਂ ਗੱਲਾਂ ਕਰਦੇ ਨੇ, ਹੋਰ ਲੋਕਾਂ ਨੂੰ ਸੁਣਾਉਂਦੇ ਨੇ ਕਿ ਕਿੰਨਾ ਸੋਹਣਾ ਪ੍ਰੋਗਰਾਮ ਗੁਰੂ ਸਾਹਿਬ ਨੇ ਕੀਤਾ ਹੈ, ਕਿਆ ਸੰਗਤ ਸੀ, ਕਿਆ ਪੰਗਤ ਸੀ, ਕਿੰਨਾ ਸੋਹਣਾ ਮੇਲ ਮਿਲਾਪ ਸੀ, ਪ੍ਰੋਗਰਾਮ ਦਾ ਕਿੰਨਾ ਸੋਹਣਾ ਪ੍ਰਬੰਧ ਕੀਤਾ ਹੋਇਆ ਸੀ। ਬਹੁਤ ਆਨੰਦ ਲਿਆ। ਇਹ ਗੁਰੂ ਸਾਹਿਬ ਨੇ ਇੱਕ ਨਵਾਂ ਮਾਰਗ ਚਲਾ ਦਿੱਤਾ। ਇਹ ਬਹੁਤ ਹੀ ਚੰਗੀ ਗੱਲ ਹੋਈ ਹੈ। ਪਰ ਉਹਨਾਂ ਪਿੰਡਾਂ ਦੇ ਜੋ ਖੱਤਰੀ ਬ੍ਰਾਹਮਣ ਉੱਚ ਜਾਤੀਏ ਸਨ, ਜਿਨ੍ਹਾਂ ਦਾ ਇੱਜ਼ਤ ਮਾਣ ਸਤਿਕਾਰ ਇਸੇ ਗੱਲ 'ਤੇ ਨਿਰਭਰ ਸੀ ਕਿ ਜਿਹੜਾ ਸਮਾਜ ਹੈ ਵਰਨ ਆਸ਼ਰਮ ਵਿੱਚ ਵੰਡਿਆ ਰਹੇ, ਤਾਂ ਕਿ ਉਹਨਾਂ ਨੂੰ ਵੱਡੇ ਹੋਣ ਦੀ, ਉੱਚ ਜਾਤੀਏ ਹੋਣ ਦੀ ਇੱਜ਼ਤ ਮਾਣ ਮਿਲਦਾ ਰਹੇ। ਉਹਨਾਂ ਦੇ ਜਿਵੇਂ ਸੀਨੇ 'ਤੇ ਸੱਪ ਲੇਟ ਗਿਆ ਹੋਵੇ, ਇਸ ਤਰ੍ਹਾਂ ਉਹ ਤਿਲਮਿਲਾ ਉੱਠੇ। ਉਹਨਾਂ ਸਾਰਿਆਂ ਨੇ ਸਲਾਹ ਕੀਤੀ। ਕੋਈ 1 ਦਰਜਨ ਲੋਕ ਇਕੱਠੇ ਹੋ ਕੇ ਸਮੇਂ ਦੇ ਬਾਦਸ਼ਾਹ ਅਕਬਰ ਦੇ ਕੋਲ, ਜੋ ਕਿ ਉਸ ਸਮੇਂ ਲਾਹੌਰ ਵਿੱਚ ਆਇਆ ਹੋਇਆ ਸੀ, ਜਾ ਕੇ ਫਰਿਆਦੀ ਹੋ ਗਏ। ਜਾ ਕੇ ਸ਼ਿਕਾਇਤ ਕੀਤੀ ਕਿ ਗੁਰੂ ਅਮਰਦਾਸ ਜੀ ਨੇ ਇੱਕ ਨਵਾਂ ਮਾਰਗ ਸ਼ੁਰੂ ਕਰ ਦਿੱਤਾ। ਨਾ ਊਚ ਨਾ ਨੀਚ, ਕੁਛ ਨਹੀਂ ਦੇਖਦੇ। ਸਾਰਿਆਂ ਨੂੰ ਇੱਕ ਜਗ੍ਹਾ ਬਿਠਾ ਕੇ ਪੰਗਤ ਵਿੱਚ ਲੰਗਰ ਛਕਾਉਂਦੇ ਨੇ, ਸਾਰਿਆਂ ਨੂੰ ਬਰਾਬਰਤਾ ਦੀ ਸੰਗਤ ਦਾ ਮੌਕਾ ਦਿੰਦੇ ਨੇ। ਇਸ ਤਰ੍ਹਾਂ ਚੱਲਦਾ ਰਿਹਾ ਅਤੇ ਸਾਰਾ ਹੀ ਸਮਾਜ ਦਾ ਤਾਣਾ ਬਾਣਾ ਵਿਗੜ ਜਾਏਗਾ। ਨਾ ਉਹ ਵੇਦਾਂ ਸ਼ਾਸਤਰਾਂ ਨੂੰ ਮੰਨਦੇ ਹਨ, ਨਾ ਗਾਇਤਰੀ ਮੰਤਰ ਨੂੰ ਮੰਨਦੇ ਹਨ। ਭਾਵ ਉਹ ਕਿਸੇ ਵੀ ਪੁਰਾਣੀ ਰਹੁ ਰੀਤ ਨੂੰ ਨਹੀਂ ਮੰਨਦੇ ਹਨ। ਸਾਰੀਆਂ ਰਹੁ ਰੀਤਾਂ ਉਹਨਾਂ ਨੇ ਖਤਮ ਕਰ ਦਿੱਤੀਆਂ। ਤੁਸੀਂ ਬਾਦਸ਼ਾਹ ਹੋ, ਰਾਜੇ ਹੋ, ਸਾਡੇ ਮਾਲਕ ਹੋ, ਤੁਹਾਡਾ ਫਰਜ਼ ਬਣਦਾ ਹੈ ਕਿ ਸਾਡੇ ਦੁੱਖ ਨੂੰ ਸੁਣੋ, ਤਾਂ ਕਿ ਸਮਾਜ ਵਿੱਚ ਲੜਾਈ ਝਗੜਾ ਨਾ ਹੋਵੇ, ਸਮਾਜ ਵਿੱਚ ਸ਼ਾਂਤੀ ਬਣੀ ਰਹੇ। ਅਕਬਰ ਨੇ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਉਹਨਾਂ ਨੂੰ ਕਿਹਾ, ਮੈਂ ਅਮਰਦਾਸ ਜੀ ਨੂੰ ਬੁਲਾਵਾਂਗਾ ਅਤੇ ਤੁਹਾਡੇ ਸਾਹਮਣੇ ਬੈਠ ਕੇ ਸਾਰੀ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਜੇ ਅਕਬਰ ਨੇ ਇੱਕ ਹਲਕਾਰਾ, ਇੱਕ ਚਿੱਠੀ ਦੇ ਕੇ ਬੰਦਾ ਭੇਜਿਆ। ਉਹ ਗੁਰੂ ਅਮਰਦਾਸ ਜੀ ਕੋਲ ਆਇਆ। ਗੁਰੂ ਅਮਰਦਾਸ ਜੀ ਕੋਲ ਅਕਬਰ ਦਾ ਸਾਰਾ ਸੁਨੇਹਾ ਦਿੱਤਾ।
ਗੁਰੂ ਅਮਰਦਾਸ ਜੀ ਚਿੱਠੀ ਪੜ੍ਹੀ ਤਾਂ ਇਹ ਜੋਗ ਜਾਣ ਕੇ ਕਿ ਉਹਨਾਂ ਦੀ ਉਮਰ ਕਾਫੀ ਵਡੇਰੀ ਸੀ ਕਿ ਆਪਣੀ ਜਗ੍ਹਾ ਕਿਸੇ ਸਿੱਖ ਨੂੰ ਜੋ ਸਿਆਣਾ ਹੋਵੇ, ਸਮਝਦਾਰ ਹੋਵੇ, ਉਸ ਨੂੰ ਭੇਜਿਆ ਜਾਵੇ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਸ਼੍ਰੀ ਰਾਮਦਾਸ ਜੀ, ਜੋ ਕਿ ਗੁਰੂ ਅਮਰਦਾਸ ਜੀ ਦੇ ਜਵਾਈ ਵੀ ਲੱਗਦੇ ਸਨ, ਬੀਬੀ ਭਾਨੀ ਜੀ ਦੇ ਪਤੀ, ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਸਾਰੀ ਚਿੱਠੀ ਦੀ ਵਾਰਦਾਤ, ਸ਼ਿਕਾਇਤ ਦੀ ਵਾਰਦਾਤ ਬਾਰੇ ਦੱਸਿਆ ਅਤੇ ਕਿਹਾ, ਭਾਈ ਜੇਠਾ ਜੀ, ਤੁਸੀਂ ਜਾ ਕੇ ਅਕਬਰ ਦੇ ਦਰਬਾਰ ਵਿੱਚ ਉਹਨਾਂ ਦੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਹੈ। ਗਾਇਤਰੀ ਮੰਤਰ ਜਾਂ ਸਿਮਰਤ ਸ਼ਾਸਤਰ ਜਾਂ ਵੇਦਾਂ ਬਾਰੇ ਤੁਸੀਂ ਸਾਰੇ ਸਵਾਲ ਜਵਾਬ ਕਰਨੇ ਹਨ, ਉਹਨਾਂ ਦੇ ਸਹੀ ਉੱਤਰ ਦੇਣੇ ਹਨ। ਸ਼੍ਰੀ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੀ ਗੱਲ ਤੋਂ ਮੰਨ ਗਏ ਕਿ ਗੁਰੂ ਜੀ, ਮੈਂ ਜਾਵਾਂਗਾ, ਪਰ ਤੁਹਾਨੂੰ ਪਤਾ ਹੈ ਮੈਨੂੰ ਸਿਮਰਤੀਆਂ ਬਾਰੇ, ਵੇਦਾਂ ਸ਼ਾਸਤਰਾਂ ਬਾਰੇ, ਗਾਇਤਰੀ ਮੰਤਰ ਵਾਸਤੇ ਮੈਨੂੰ ਕੋਈ ਗਿਆਨ ਨਹੀਂ ਹੈ, ਮੈਂ ਉਹਨਾਂ ਦੇ ਉੱਤਰ ਕਿਵੇਂ ਦੇ ਸਕਾਂਗਾ। ਗੁਰੂ ਅਮਰਦਾਸ ਜੀ ਨੇ ਕਿਹਾ, ਸਾਡੀ ਨਿਗਾਹ, ਸਾਡੀ ਪੂਰੀ ਤੁਹਾਡੇ 'ਤੇ ਕਿਰਪਾ ਰਹੇਗੀ। ਔਰ ਇੱਕ ਗੱਲ ਹੋਰ, ਜਦੋਂ ਤੁਹਾਨੂੰ ਕੋਈ ਸਵਾਲ ਕੀਤਾ ਜਾਵੇ ਤੁਸੀਂ ਆਪਣੀ ਸੱਜੀ ਬਾਂਹ ਵੱਲ ਦੇਖ ਕੇ ਉਹਨਾਂ ਦੇ ਸਵਾਲਾਂ ਦੇ ਉੱਤਰ ਦੇ ਸਕੋਗੇ, ਤੁਹਾਨੂੰ ਸਾਰਾ ਗਿਆਨ ਹੋ ਜਾਏਗਾ। ਇਹ ਗੱਲ ਸੁਣ ਕੇ ਗੁਰੂ ਸ਼੍ਰੀ ਰਾਮਦਾਸ ਜੀ ਉੱਥੋਂ ਚੱਲ ਪਏ, ਲਾਹੌਰ ਪਹੁੰਚੇ। ਇੱਕ ਰਾਤ ਆਪਣੇ ਘਰ ਰਹੇ, ਕਿਉਂਕਿ ਉਹਨਾਂ ਦਾ ਘਰ ਉੱਥੇ ਹੀ ਚੂਨਾ ਮੰਡੀ ਲਾਹੌਰ ਵਿਖੇ ਸੀ। ਉੱਥੇ ਰਹੇ। ਅਗਲੇ ਦਿਨ ਸਵੇਰੇ ਕਚਹਿਰੀ ਵਿੱਚ ਪਹੁੰਚ ਗਏ। ਕਚਹਿਰੀ ਵਿੱਚ ਪਹੁੰਚੇ, ਵਿਰੋਧੀ ਵੀ ਆਏ ਹੋਏ ਸਨ। ਅਕਬਰ ਨੇ ਕਿਹਾ ਵੀ ਹਾਂ ਸਵਾਲ ਪੁੱਛੋ। ਉਹਨਾਂ ਨੇ ਕਿਹਾ, ਜੀ ਗਾਇਤਰੀ ਮੰਤਰ ਦਾ ਸਾਨੂੰ ਪਾਠ ਕਰਕੇ ਸੁਣਾਓ। ਸ਼੍ਰੀ ਰਾਮਦਾਸ ਜੀ ਨੇ ਕਿਹਾ ਕਿ ਗਾਇਤਰੀ ਦਾ ਮੰਤਰ ਦਾ ਪਾਠ ਮੈਂ ਕਰਾਂਗਾ, ਪਰ ਉਸ ਦਾ ਜੋ ਪੁੰਨ ਪਾਪ ਹੈ ਇਹਨਾਂ ਲੋਕਾਂ ਨੂੰ ਲੱਗੇਗਾ, ਕਿਉਂਕਿ ਗਾਇਤਰੀ ਮੰਤਰ ਦੇ ਨਿਯਮਾਂ ਅਨੁਸਾਰ ਮਲੇਸ਼ੀਆ ਦੇ ਸਾਹਮਣੇ ਇਸ ਦਾ ਪਾਠ ਨਹੀਂ ਹੋ ਸਕਦਾ। ਹੋਰ ਵੀ ਉਹਨਾਂ ਦਾ ਵਿਧੀ ਵਿਧਾਨ ਹੈ, ਪਰ ਕਿਉਂਕਿ ਮੈਨੂੰ ਪੁੱਛਿਆ ਜਾ ਰਿਹਾ ਹੈ ਇਸ ਲਈ ਮੈਂ ਪਾਠ ਇਹ ਸੁਣਾਵਾਂਗਾ। ਇਸ ਕਰਕੇ ਉਸ ਤੋਂ ਪਹਿਲਾਂ, ਗਾਇਤਰੀ ਮੰਤਰ ਤੋਂ ਪਹਿਲਾਂ ਸ਼੍ਰੀ ਰਾਮਦਾਸ ਜੀ ਨੇ ਓਂਕਾਰ ਦੀ ਵਿਆਖਿਆ ਕੀਤੀ। ਇੰਨੀ ਵਿਸ਼ਾਲ ਵਿਆਖਿਆ ਕੀਤੀ, ਕਹਿੰਦੇ ਜੀ ਹਵਾ ਰੁਕ ਗਈ, ਪੱਥਰ ਜਿਹੜੇ ਆ ਉਹ ਨਰਮ ਪੈ ਗਏ। ਇੰਨੀ ਵਿਸ਼ਾਲ ਵਿਆਖਿਆ। ਉਸ ਤੋਂ ਉਪਰੰਤ ਗਾਇਤਰੀ ਮੰਤਰ ਦਾ ਅਰਥਾਂ ਸਮੇਤ ਪਾਠ ਕੀਤਾ। ਇਹ ਗੱਲ ਹੋਈ ਤਾਂ ਵਿਰੋਧੀਆਂ ਦੇ ਚਾਰੇ ਖਾਨੇ ਚਿੱਤ ਹੋ ਗਏ, ਭਾਵ ਉਹਨਾਂ ਨੂੰ ਕੋਈ ਉੱਤਰ ਨਾ ਆਇਆ। ਅਕਬਰ ਨੇ ਕਿਹਾ ਹੋਰ ਸਵਾਲ ਕਰੋ, ਪਰ ਉਹਨਾਂ ਨੂੰ ਕੋਈ ਸਵਾਲ ਨਾ ਪੁੱਛਿਆ। ਅੱਗੋਂ ਅਕਬਰ ਨੇ ਉਹਨਾਂ ਨੂੰ ਕਿਹਾ ਤੁਸੀਂ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰੋ, ਪਰ ਉਹ ਨਿੰਮੂ ਚੋਣੇ ਹੋ ਕੇ ਉੱਥੋਂ ਦਰਬਾਰ 'ਚੋਂ ਚਲੇ ਗਏ। ਉਸ ਤੋਂ ਉਪਰੰਤ ਅਕਬਰ ਨੇ ਸ਼੍ਰੀ ਰਾਮਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਸਮਝਾਇਆ ਕਿ ਮੈਨੂੰ ਪਤਾ ਹੈ ਤੁਹਾਡਾ ਕੋਈ ਵੀ ਗਲਤੀ ਨਹੀਂ ਹੈ, ਪਰ ਇਹ ਸਮਾਜ ਹੈ, ਇਹ ਲੋਕੀ ਸ਼ਿਕਾਇਤ ਕਰਕੇ ਆਏ ਹੈ। ਮੇਰੇ ਵੱਲੋਂ ਗੁਰੂ ਅਮਰਦਾਸ ਜੀ ਨੂੰ ਕਹਿ ਦੇਣਾ ਕਿ ਕੀ ਫਰਕ ਪੈਂਦਾ ਹੈ, ਇਹਨਾਂ ਹਿੰਦੂਆਂ ਦੇ ਤੀਰਥ ਯਾਤਰਾ ਕਰਕੇ ਆਓ, ਉਹਨਾਂ ਦੇ ਤੀਰਥ ਸਥਾਨਾਂ 'ਤੇ ਜਾ ਕੇ ਆਓ, ਤੁਹਾਡੇ ਜਾਣ ਨਾਲ ਤੀਰਥ ਪਵਿੱਤਰ ਹੋ ਜਾਣਗੇ। ਇਸ ਕਰਕੇ ਸਮਾਜ ਵਿੱਚ ਮਿਲਵਰਤਨ ਨਾ ਰਹਿਣਾ ਠੀਕ ਹੈ, ਸ਼ਾਂਤੀ ਬਣੀ ਰਹੇ। ਇਹ ਸਾਰਾ ਕਾਰਜ ਹੋ ਗਿਆ। ਸ਼੍ਰੀ ਰਾਮਦਾਸ ਜੀ ਆਪਣੇ ਘਰ ਆ ਕੇ ਫਿਰ ਰਾਤ ਰਹੇ। ਅਗਲੇ ਦਿਨ ਸਵੇਰੇ ਉਹ ਗੋਇੰਦਵਾਲ ਲਈ ਰਵਾਨਾ ਹੋ ਗਏ। ਜਦ ਬਾਜ਼ਾਰ ਵਿੱਚ ਆਏ ਤਾਂ ਕੀ ਦੇਖਦੇ ਨੇ, ਬਹੁਤ ਸੁੰਦਰ ਕੱਪੜਿਆਂ ਦਾ ਬਾਜ਼ਾਰ ਹੈ। ਬੜੇ ਸੁੰਦਰ ਸੁੰਦਰ ਕੱਪੜੇ ਨੇ, ਸੁੰਦਰ ਸੁੰਦਰ ਚਾਦਰਾਂ ਨੇ। ਸ਼੍ਰੀ ਰਾਮਦਾਸ ਜੀ ਦੇ ਮਨ ਵਿੱਚ ਆਇਆ ਕਿ ਇੰਨੇ ਸੋਹਣੇ ਕੱਪੜੇ ਮੇਰੇ ਗੁਰੂ ਨੂੰ ਇਹ ਪਹਿਨਣ ਦੇ ਯੋਗ ਹਨ, ਉਹ ਪਹਿਨਣ 'ਤੇ ਕਿੰਨੇ ਸੋਹਣੇ ਲੱਗਣਗੇ। ਪਰ ਖਰੀਦਣ ਲਈ ਜੇਬ ਵਿੱਚ ਪੈਸੇ ਨਹੀਂ ਸਨ। ਇਸ ਕਰਕੇ ਸ਼੍ਰੀ ਰਾਮਦਾਸ ਜੀ ਨੇ ਭਾਵਨਾ ਤਹਿਤ ਉੱਥੋਂ ਕੱਪੜੇ ਲਏ, ਕੱਪੜਿਆਂ ਨੂੰ ਸਮਾਇਆ ਔਰ ਗੁਰੂ ਅਮਰਦਾਸ ਜੀ ਨੂੰ ਪਹਿਨਾਏ। ਉਧਰ ਗੁਰੂ ਅਮਰਦਾਸ ਜੀ ਵੀ ਕਦੀ ਲੱਤ ਉੱਪਰ ਕਰ ਰਹੇ ਨੇ, ਕਦੀ ਬਾਂਹ ਉੱਪਰ ਕਰ ਰਹੇ ਨੇ, ਕਦੀ ਤਣੀਆਂ ਬੰਨ੍ਹ ਰਹੇ ਨੇ। ਭਾਵ ਇਹਨਾਂ ਦੀ ਭਾਵਨਾ ਨਾਲ ਇਹਨਾਂ ਨੇ ਕੱਪੜੇ ਪਹਿਨਾਏ। ਉਧਰ ਗੁਰੂ ਅਮਰਦਾਸ ਜੀ ਨੇ ਕੱਪੜੇ ਪਹਿਨ ਲਏ। ਮੈਂ ਬੇਨਤੀ ਕਰ ਦੇਵਾਂ, ਇਹ ਜੋ ਮੈਂ ਸਾਖੀ ਸੁਣਾ ਰਿਹਾ, ਕਹਾਣੀ ਸੁਣਾ ਰਿਹਾ, ਇਹਨਾਂ ਮੇਰਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਇਸ ਦਾ ਅੱਗੇ ਆਪਾਂ ਵਿਸ਼ਲੇਸ਼ਣ ਕਰਾਂਗੇ ਕਿ ਸੱਚਾਈ ਕੀ ਹੈ, ਕੀ ਹੋਣਾ ਚਾਹੀਦਾ ਸੀ, ਲਿਖਿਆ ਹੋਇਆ ਕੀ ਹੈ। ਹਾਲੇ ਤੱਕ ਲਿਖਿਆ ਹੋਇਆ ਸੁਣਾਇਆ ਜਾ ਰਿਹਾ ਹੈ। ਖੈਰ ਉੱਥੋਂ ਅੱਗੇ ਗਏ ਅਤੇ
ਚੌਂਕ ਦੇ ਵਿੱਚ ਇੱਕ ਰੇਹੜੀ ਵਾਲੇ ਨੇ ਅੰਬਾਂ ਦੀ ਰੇਹੜੀ ਲਾਈ ਹੋਈ ਹੈ। ਅੰਬ ਉਹ ਵੀ ਕਰੁੱਤੇ ਅੰਬ, ਭਾਵ ਬੇਮੌਸਮੇ। ਅੰਬਾਂ ਦਾ ਕੋਈ ਮੌਸਮ ਨਹੀਂ ਹੈ, ਪਰ ਅੰਬ ਉੱਥੇ ਬਹੁਤ ਸੁੰਦਰ ਨੇ। ਤਾਂ ਸ਼੍ਰੀ ਰਾਮਦਾਸ ਜੀ ਨੇ ਸੋਚਿਆ ਕਿ ਬੜਿਆਂ ਕੋਲ ਜਾਣਾ ਹੋਵੇ, ਮਹਾਂਪੁਰਖਾਂ ਕੋਲ ਜਾਣਾ ਹੋਵੇ, ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਕਿਉਂ ਨਾ ਮੈਂ ਇੱਥੋਂ ਗੁਰੂ ਅਮਰਦਾਸ ਜੀ ਵਾਸਤੇ ਅੰਬ ਖਰੀਦ ਲਵਾਂ। ਅੰਬਾਂ ਵਾਲੇ ਨੂੰ ਭਾਅ ਪੁੱਛਿਆ, ਉਹ ਕਹਿੰਦੇ ਜੀ 1 ਰੁਪਏ ਦਾ ਇੱਕ ਅੰਬ। ਸ਼੍ਰੀ ਰਾਮਦਾਸ ਜੀ ਨੇ 1 ਰੁਪਈਆ ਦਿੱਤਾ ਔਰ ਅੰਬ ਲਿਆ ਔਰ ਉੱਥੋਂ ਅੱਗੇ ਚੱਲ ਪਏ। ਰਾਸਤਾ ਬੜਾ ਲੰਬਾ ਸੀ। ਰਾਹ ਦੇ ਵਿੱਚ ਇੱਕ ਦਿਨ ਪੂਰਾ ਹੋ ਗਿਆ, ਇੱਕ ਪਿੰਡ ਵਿੱਚ ਰਾਤ ਰਹੇ। ਉਦੋਂ ਅੱਗੇ ਫਿਰ ਸ਼੍ਰੀ ਰਾਮਦਾਸ ਜੀ ਚੱਲ ਪਏ। ਹਾਲੇ ਰਾਸਤੇ ਵਿੱਚ ਹੀ ਸਨ ਤਾਂ ਅੰਬ ਜੋ ਹੈ ਗਰਮੀ ਕਰਕੇ ਫਿਸ ਗਿਆ, ਉਸਦਾ ਰਸਾ ਬਾਹਰ ਨਿਕਲਣ ਲੱਗਾ। ਅਤੇ ਸ਼੍ਰੀ ਰਾਮਦਾਸ ਜੀ ਨੇ ਉਸ ਸੋਚਿਆ ਹੁਣ ਇਹ ਅੰਬ ਗੁਰੂ ਅਮਰਦਾਸ ਜੀ ਦੇ ਕੋਲ ਨਹੀਂ ਪੁੱਜ ਸਕਦਾ, ਰਸਤੇ ਵਿੱਚ ਹੀ ਖਰਾਬ ਹੋ ਜਾਏਗਾ। ਉਸਨੇ ਗੁਰੂ ਅਮਰਦਾਸ ਜੀ ਦਾ ਧਿਆਨ ਧਰ ਕੇ ਔਰ ਬੇਨਤੀ ਕਰਕੇ ਕਿ ਸੱਚੇ ਪਾਤਸ਼ਾਹ, ਇਹ ਅੰਬ ਹੁਣ ਤੁਹਾਡੇ ਕੋਲ ਨਹੀਂ ਪਹੁੰਚ ਸਕਦਾ, ਮੈਂ ਤੁਹਾਨੂੰ ਭੇਂਟ ਕਰਦਾ। ਅਤੇ ਆਪ ਅੰਬ ਸ਼੍ਰੀ ਰਾਮਦਾਸ ਜੀ ਨੇ ਚੂਪ ਲਿਆ। ਉਧਰ ਗੁਰੂ ਅਮਰਦਾਸ ਜੀ ਮੂੰਹ ਦੇ ਵਿੱਚ ਬੜੇ ਆਨੰਦ ਨਾਲ ਗਿਟਕ ਚੂਸ ਰਹੇ ਹਨ। ਕਾਫੀ ਦੇਰ ਗਿਟਕ ਚੂਸਣ ਤੋਂ ਬਾਅਦ ਉਸਨੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੇ ਆਪਣੇ ਸੇਵਕ ਵੱਲੂ ਨੂੰ ਗਿਟਕ ਫੜਾਈ ਅਤੇ ਕਿਹਾ, ਇਸ ਗਿਟਕ ਨੂੰ ਤਾਕੀ ਵਿੱਚ ਰੱਖ ਦੇ, ਹਾਲੇ ਮੈਨੂੰ ਇਹ ਫਿਰ ਚਾਹੀਦੀ ਹੋਵੇਗੀ। ਇਸ ਤਰ੍ਹਾਂ ਕਰਕੇ ਵੱਲੂ ਨੇ ਗਿਟਕ ਤਾਕੀ ਵਿੱਚ ਰੱਖ ਦਿੱਤੀ। ਅਤੇ ਕੁਝ ਸਮੇਂ ਸਬਰ ਤੈਅ ਕਰਕੇ ਕੁਝ ਸਮੇਂ ਬਾਅਦ ਸ਼੍ਰੀ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਪਹੁੰਚ ਗਏ। ਆ ਕੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ, ਅਤੇ ਫਿਰ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਆਪਣੇ ਗਲੇ ਨਾਲ ਲਾ ਲਿਆ ਅਤੇ ਹਾਲ ਚਾਲ ਪੁੱਛਿਆ, ਲਾਹੌਰ ਦੀ ਗੱਲਬਾਤ ਕਿਵੇਂ ਰਹੀ। ਸਾਰੀ ਗੱਲਬਾਤ ਸ਼੍ਰੀ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਨੂੰ ਦੱਸੀ। ਉਸ ਤੋਂ ਉਪਰੰਤ ਗੁਰੂ ਅਮਰਦਾਸ ਜੀ ਕਹਿਣ ਲੱਗੇ, ਭਈ ਤੂੰ ਸ਼ਹਿਰ ਗਿਆ ਸੀ, ਸਾਡੇ ਵਾਸਤੇ ਵੀ ਕੁਝ ਲੈ ਆਉਂਦਾ। ਤਾਂ ਅੱਗੋਂ ਸ਼੍ਰੀ ਰਾਮਦਾਸ ਜੀ ਕਹਿਣ ਲੱਗੇ, ਗੁਰੂ ਜੀ ਤੁਸੀਂ ਸਭ ਜਾਣਦੇ ਹੋ। ਅਤੇ ਫਿਰ ਇੰਨੀ ਗੱਲ ਹੋ ਰਹੀ ਸੀ, ਉਧਰ ਗੁਰੂ ਅਮਰਦਾਸ ਜੀ ਨੇ ਆਪਣੇ ਸੇਵਕ ਵੱਲੂ ਨੂੰ ਕਿਹਾ, ਵੱਲੂ ਉਹ ਗਿਟਕ ਲੈ ਕੇ ਆ। ਵੱਲੂ ਨੇ ਤਾਕੀ ਚੋਂ ਗਿਟਕ ਲਿਆਂਦੀ ਅਤੇ ਗੁਰੂ ਅਮਰਦਾਸ ਜੀ ਨੇ ਸ਼੍ਰੀ ਰਾਮਦਾਸ ਜੀ ਨੂੰ ਉਹ ਗਿਟਕ ਦਿਖਾਈ। ਤੇਰਾ ਅੰਬ ਮੇਰੇ ਕੋਲ ਪਹੁੰਚ ਗਿਆ ਸੀ, ਮੈਂ ਉਹ ਬੜੇ ਆਨੰਦ ਨਾਲ ਚੂਪਿਆ, ਬਹੁਤ ਰਸਦਾਇਕ, ਬਹੁਤ ਮਿੱਠਾ ਸੀ, ਵਧੀਆ ਸੀ। ਇਸ ਤਰ੍ਹਾਂ ਇਹ ਸਭ ਸੁਣ ਕੇ ਸ਼੍ਰੀ ਰਾਮਦਾਸ ਜੀ ਇੱਕਦਮ ਨਿਹਾਲ ਹੋ ਗਏ ਔਰ ਬੜੇ ਵਿਸਮਾਦ ਵਿੱਚ ਆ ਗਏ ਕਿ ਧੰਨ ਗੁਰੂ ਹੋ ਗਏ। ਇਹ ਕਹਾਣੀ ਅਸੀਂ ਸੁਣੀ ਹੈ। ਹੁਣ ਇਹ ਸਾਰੇ ਜੋ ਕਹਾਣੀ ਦਾ ਆਪਾਂ ਵਿਸ਼ਲੇਸ਼ਣ ਕਰਾਂਗੇ ਕਿ ਗੁਰਮਤਿ ਦੇ ਤਕਾਜ਼ੇ 'ਚ ਕਹਾਣੀ ਸੁਣਨ ਨੂੰ ਬਹੁਤ ਸੁੰਦਰ ਲੱਗਦੀ ਆ, ਔਰ ਇਸ ਤਰ੍ਹਾਂ ਕਹਾਣੀ ਸੁਣਾਈ ਜਾਵੇ ਸੰਗਤਾਂ ਜਕਾਰੇ ਛੱਡੀ ਜਾਂਦੀਆਂ। ਆਓ ਅਸੀਂ ਉਸ ਪੰਥ ਦੀ ਗੱਲ ਕਰਨੀ ਹੈ, ਉਸ ਮਾਰਗ ਦੀ ਗੱਲ ਕਰਨੀ ਆ ਜਿਹੜਾ ਗੁਰੂ ਬਾਬੇ ਨਾਨਕ ਨੇ ਚਲਾਇਆ ਸੀ, ਜਿਸ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹ ਜੀ ਨਿਰਮਲ ਨਿਰਾਲਾ ਜਿਹੜਾ ਪੰਥ ਚਲਾਇਆ ਸੀ, ਉਸ ਨੂੰ ਲੱਭਣਾ ਹੈ ਕਿ ਉਹ ਹੈ ਜਾਂ ਖਤਮ ਹੋ ਗਿਆ ਜਾਂ ਐਵੇਂ ਕਹਾਣੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਤਿਗੁਰੂ ਨਾਨਕ ਪਹਿਲੀ ਪਾਤਸ਼ਾਹੀ ਹਰਿਦੁਆਰ ਗਏ ਸਨ। ਉੱਥੇ ਸਾਰੇ ਲੋਕ ਜਿਹੜੇ ਹੈ ਉਹ ਸੂਰਜ ਨੂੰ ਪਾਣੀ ਦੇ ਰਹੇ ਸਨ ਅਤੇ ਸਤਿਗੁਰਾਂ ਦੇਖਿਆ ਇਹ ਕੀ ਕੌਤਕ ਕਰ ਰਹੇ ਨੇ, ਅਤੇ ਸਤਿਗੁਰਾਂ ਨੇ ਉੱਥੇ ਪਾਣੀ ਵਿੱਚ ਵੜ ਕੇ ਗੰਗਾ ਵਿੱਚ ਉਲਟੇ ਪਾਸੇ ਪਾਣੀ ਦੇਣਾ ਸ਼ੁਰੂ ਕੀਤਾ। ਜਦੋਂ ਸਾਰਿਆਂ ਨੇ ਸਵਾਲ ਕੀਤਾ ਕਿ ਇਹ ਬੰਦਾ ਬੌਰਾ ਹੋਇਆ, ਸ਼ਦਾਈ ਹੋਇਆ, ਇਸ ਪਾਸੇ ਪਾਣੀ ਦੇ ਰਿਹਾ, ਉਹ ਲੋਕ ਇਕੱਠੇ ਹੋ ਕੇ ਪੁੱਛਣ ਲੱਗੇ, ਕਿਉਂ ਭਾਈ ਇਹ ਕੀ ਕਰ ਰਿਹਾ? ਗੁਰੂ ਸਾਹਿਬ ਨੇ ਕਿਹਾ, ਤੁਸੀਂ ਕੀ ਕਰ ਰਹੇ ਹੋ? ਉਹ ਕਹਿੰਦੇ, ਜੀ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ ਤਾਂ ਕਿ ਸੂਰਜ ਅੱਗੇ ਸਾਡੇ ਪਿੱਤਰਾਂ ਨੂੰ ਪਿੱਤਰ ਲੋਕ ਵਿੱਚ ਪਾਣੀ ਪਹੁੰਚਾ ਸਕੇ। ਗੁਰੂ ਜੀ ਹੋਰ ਜ਼ੋਰ ਨਾਲ ਪਾਣੀ ਝੱਟਣ ਲੱਗ ਗਏ। ਤਾਂ ਪੁੱਛਿਆ ਗਿਆ ਵੀ ਉਹ ਕੀ ਗੱਲ, ਤੂੰ ਸਾਨੂੰ ਪੁੱਛਿਆ ਤੂੰ ਕੀ ਕਰ ਰਿਹਾ? ਕਹਿੰਦਾ, ਜੀ ਮੈਂ ਆਪਣੀ ਖੇਤੀ ਨੂੰ ਪਾਣੀ ਦੇ ਰਿਹਾ, ਖੇਤੀ ਸੁੱਕ ਰਹੀ ਹੈ। ਅਤੇ ਸਾਰੇ ਲੋਕ ਕਹਿੰਦੇ, ਉਹ ਤੇਰਾ ਪਾਣੀ ਤਾਂ ਇੱਥੇ ਡਿੱਗੀ ਜਾਂਦਾ, ਖੇਤੀ ਨੂੰ ਕਿੱਥੇ ਪਹੁੰਚਦਾ?
ਗੁਰੂ ਸਾਹਿਬ ਨੇ ਬੜੇ ਤਰਕ ਦੇ ਨਾਲ ਉਹਨਾਂ ਨੂੰ ਸਮਝਾਇਆ ਵੀ ਤੁਹਾਡਾ ਪਾਣੀ ਕਰੋੜਾਂ ਮੀਲ ਤੱਕ ਪਹੁੰਚ ਸਕਦਾ, ਮੇਰਾ ਕੁਛ 100 ਮੀਲ ਤੱਕ ਪਾਣੀ ਨਹੀਂ ਪਹੁੰਚਦਾ। ਇਹ ਤਾਂ ਨਾ ਇਨਸਾਫੀ ਹੈ। ਭਾਵ ਗੁਰੂ ਸਾਹਿਬ ਨੇ ਉਹਨਾਂ ਨੂੰ ਬੜੇ ਸੋਹਣੇ ਢੰਗ ਨਾਲ, ਬੜੇ ਤਰਕ ਦੇ ਨਾਲ ਸਮਝਾ ਦਿੱਤਾ, ਭਾਈ ਜੇ ਮੇਰਾ ਪਾਣੀ ਨਹੀਂ ਪਹੁੰਚਦਾ ਤੇ ਤੁਹਾਡਾ ਵੀ ਨਹੀਂ ਪਹੁੰਚਦਾ। ਭਾਵ ਗੁਰਮਤਿ ਦੇ ਵਿੱਚ ਇਹ ਬੜੀ ਸਪਸ਼ਟ ਹੈ ਕਿ ਕੋਈ ਚੀਜ਼ ਅੱਗੇ ਇਸ ਤਰ੍ਹਾਂ ਨਹੀਂ ਪਹੁੰਚਾਈ ਜਾ ਸਕਦੀ। ਭਾਵ ਜੇ ਮੈਨੂੰ ਭੁੱਖ ਲੱਗੀ ਹੈ, ਖਾਣਾ ਮੈਂ ਖਾਣਾ, ਮੇਰਾ ਪੇਟ ਭਰਨਾ, ਤੁਸੀਂ ਖਾਣਾ ਖਾ ਲਓ ਤਾਂ ਮੇਰਾ ਪੇਟ ਨਹੀਂ ਜੇ ਭਰਨਾ। ਜੇ ਮੈਂ ਬਿਮਾਰ ਹਾਂ, ਦਵਾਈ ਮੈਂ ਖਾਣੀ ਆ ਤਾਂ ਮੈਂ ਠੀਕ ਹੋਵਾਂਗਾ। ਜੇ ਮੈਂ ਆਪਣੇ ਜੀਵਨ ਨੂੰ ਸੱਚਾ ਸੁੱਚਾ ਬਣਾਉਣਾ, ਮੈਨੂੰ ਗਿਆਨ ਹਾਸਲ ਕਰਨਾ ਪਏਗਾ, ਮੈਨੂੰ ਉਸ ਗਿਆਨ ਅਨੁਸਾਰ ਆਪਣਾ ਜੀਵਨ ਢਾਲਣਾ ਪਏਗਾ, ਤਾਂ ਮੈਂ ਚੰਗਾ ਇਨਸਾਨ ਬਣ ਸਕਦਾ। ਐਸਾ ਨਹੀਂ ਹੋ ਸਕਦਾ ਕਿ ਤੁਸੀਂ ਗਿਆਨ ਹਾਸਲ ਕਰੋ, ਤੁਸੀਂ ਗਿਆਨ ਅਨੁਸਾਰ ਜੀਵਨ ਜੀਓ ਤੇ ਮੇਰਾ ਜੀਵਨ ਚੰਗਾ ਬਣ ਜਾਏ। ਐਸਾ ਨਹੀਂ ਹੋ ਸਕਦਾ। ਕੋਈ ਚੀਜ਼ ਇੱਕ ਜੋੜਾ ਖਾਏਗਾ ਉਹ ਦੂਜੇ ਨੂੰ ਟਰਾਂਸਫਰ ਨਹੀਂ ਕਰ ਸਕਦਾ, ਉਹਦੇ ਤੱਕ ਨਹੀਂ ਪਹੁੰਚਾ ਸਕਦਾ। ਪਰ ਇਸ ਕਹਾਣੀ ਵਿੱਚ ਤਾਂ ਸਿੱਧੀ ਪੱਧਰੀ ਗੱਲ ਇੱਕਦਮ ਆਪਾਂ ਪਹਿਲੀ ਗੱਲ ਤੋਂ ਲਈਏ। ਵੀ ਪਹਿਲੀ ਗੱਲ ਇਹ ਕਿ ਜਦੋਂ ਸ਼ਿਕਾਇਤ ਕੀਤੀ ਗਈ ਕਿ ਇਹ ਗੁਰੂ ਅਮਰਦਾਸ ਜੀ ਨੇ ਨਵਾਂ ਮਾਰਗ ਚਲਾਇਆ, ਗੱਲ ਕਹਿਣੀ ਇਹ ਬਣਦੀ ਸੀ ਭਈ ਸਾਡਾ ਜਿਹੜਾ ਮਾਰਗ ਹੈ, ਸਾਡਾ ਜਿਹੜਾ ਧਰਮ ਹੈ, ਸਾਡਾ ਜਿਹੜਾ ਨਿਯਮ ਹੈ, ਉਹ ਇਹ ਕਹਿੰਦਾ ਕਿ ਕਾਦਰ ਦੀ ਕੁਦਰਤ ਨੇ ਜੋ ਇਨਸਾਨ ਬਣਾਏ ਹਨ, ਕਾਦਰ ਨੇ ਜੋ ਕੁਦਰਤ ਨੇ ਜੋ ਇਨਸਾਨ ਬਣਾਏ ਹਨ, ਉਹ ਜਨਮ ਕਰਕੇ ਸਾਰੇ ਬਰਾਬਰ ਹਨ। ਨਾ ਕੋਈ ਸ਼ੂਦਰ ਹੈ, ਨਾ ਕੋਈ ਬ੍ਰਾਹਮਣ ਹੈ, ਨਾ ਕੋਈ ਇਸਤਰੀ ਹੈ, ਨਾ ਕੋਈ ਪੁਰਸ਼ ਹੈ। ਉਹ ਇਸਤਰੀ ਪੁਰਸ਼ ਹੋਣ ਨਾਲ ਜਾਂ ਕਿਸੇ ਉੱਚੇ ਨੀਵੇਂ ਪਰਿਵਾਰ ਵਿੱਚ ਪੈਦਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਅਮਲਾਂ 'ਤੇ ਨਵੇੜਾ ਹੋਣਾ ਹੈ, ਇਸ ਧਰਤੀ 'ਤੇ ਆ ਕੇ ਜਿਹੋ ਜਿਹੇ ਕੰਮ ਕਰਨੇ ਹਨ, ਉਹੋ ਜਿਹਾ ਇਨਸਾਨ ਬਣਨਾ ਹੈ। ਜਨਮ ਕਰਕੇ ਵੱਡਾ ਛੋਟਾ ਨਹੀਂ ਹੈ। ਭਾਵ ਵੀ ਜੇ ਇੱਥੇ ਆ ਕੇ ਕੋਈ ਚੋਰੀਆਂ ਕਰੇਗਾ, ਉਸ ਦਾ ਨਾਮ ਚੋਰ ਪਵੇਗਾ। ਜੇ ਡਾਕੇ ਮਾਰੇਗਾ, ਉਸ ਦਾ ਨਾਮ ਡਾਕੂ ਹੋਏਗਾ। ਜੇ ਬਦਮਾਸ਼ੀ ਕਰੇਗਾ, ਉਸ ਦਾ ਨਾਮ ਬਦਮਾਸ਼ ਹੋਏਗਾ। ਜੇ ਸ਼ੁਭ ਗੁਣਾਂ ਵਿੱਚ ਜੀਵੇਗਾ ਤਾਂ ਉਸ ਨੂੰ ਗੁਰਮੁਖ ਕਿਹਾ ਜਾਵੇਗਾ। ਇਸ ਤਰ੍ਹਾਂ ਕਰਕੇ ਸਾਡਾ ਵਿਧਾਨ ਇਹ ਸੀ ਕਿ ਸਭ ਮੈਂ ਜੋਤ ਜੋਤ ਹੈ ਸੋਏ, ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। माटी एक अनेक भांत कर साजी साजन हारे, ना कुछ पोच माटी के भांडे, ना कुछ पोच कुम्हारे। सब में जोत जोत है सोए। साडा विधान ये दसना बनता सी कि असी सारिਆਂ ਨੂੰ एक पिता दे पुत्र ਮੰਨਦੇ ਹਾਂ। इस करके असी संगत ते पंगत ਵਿੱਚ ਸਾਰਿਆਂ ਨੂੰ बराबरी ਦਿੰਦੇ ਹਾਂ। पर गल की हो रही है? ਗੱਲ ਇਹ ਹੋ ਰਹੀ ਗਾਇਤਰੀ ਮੰਤਰ, ਗੱਲ ਹੋ ਰਹੀ ਵੇਦਨਾ ਸ਼ਾਸਤਰਾਂ ਦੀ। ਪੰਡਤ ਮੁੱਲਾ ਜੋ ਲਿਖ ਦੀਆ, ਛਾੜ ਚੱਲੇ ਹਮ ਕਛੂ ਨਾ ਲੀਆ। ਅਸੀਂ ਉਹ ਮਾਰਗ ਛੱਡ ਦਿੱਤਾ, ਅਸੀਂ ਉਸ ਚੀਜ਼ ਦੇ ਵਿੱਚ ਨਹੀਂ ਪੈਣਾ, ਉਹ ਤੋਂ ਅਲੱਗ ਹੋ ਗਏ ਵੀ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੈ। ਤਾਂ ਫਿਰ ਇਹ ਸਵਾਲ ਕਿੱਥੋਂ ਆ ਗਿਆ ਵੀ ਗਾਇਤਰੀ ਮੰਤਰ ਦੇ ਅਰਥ ਕਰਨੇ ਆ, ਵੇਦਾਂ ਸ਼ਾਸਤਰਾਂ ਵਾਲੇ ਗੱਲਾਂ ਕਰਨੀਆਂ। ਉੱਥੇ ਜਾ ਕੇ ਕਹਿਣਾ ਤਾਂ ਇਹ ਸੀ ਭਾਈ ਅਸੀਂ ਇਹ ਮਾਰਗ ਛੱਡ ਦਿੱਤਾ। ਸਾਡੀ ਨਜ਼ਰ ਵਿੱਚ ਹਿੰਦੂ, ਮੁਸਲਮਾਨ ਜਾਂ ਫਾਰਸੀ ਜਾਂ ਈਸਾਈ ਸਾਰੇ ਰੱਬ ਦੇ ਬੰਦੇ ਨੇ, ਬਰਾਬਰ ਨੇ। ਸਾਡੀ ਨਿਗਾਹ ਵਿੱਚ ਕੋਈ ਫਰਕ ਨਹੀਂ ਹੈ। ਅਮਲਾਂ ਤੇ ਨਵੇੜੇ ਵਾਲੀ ਗੱਲ ਹੈ। ਪਰ ਇੱਥੇ ਗਾਇਤਰੀ ਮੰਤਰ ਪੜ੍ਹਨਾ ਔਰ ਹੋਰ ਨਵੀਂ ਗੱਲ ਕਮਾਲ ਹੈ ਕਿ ਸੱਜੀ ਬਾਂਹ ਵੱਲ ਦੇਖੋ, ਸਾਰਾ ਗਿਆਨ ਹੋ ਜਾਏਗਾ। ਇਹ ਕੋਈ ਐਸਾ ਵਿਧਾਨ ਅੱਜ ਹੈ ਸਮਾਜ ਵਿੱਚ, ਇਸ ਦੀ ਕੋਈ ਯੂਟਿਲਿਟੀ ਅੱਜ ਹੈ ਕਿ ਐਸਾ ਕੋਈ ਗਿਆਨ ਜਿਹੜਾ ਸੱਜੀ ਜਾਂ ਖੱਬੀ ਬਾਂਹ ਵੱਲ ਦੇਖ ਕੇ ਮਿਲਣਾ। ਗੋਪੌੜ ਜੋ ਕਵੀ ਲਿਖ ਦਿੱਤੇ ਅਸੀਂ ਸਾਰੇ ਮੰਨੀ ਗਏ, ਹਰ ਚੀਜ਼ ਗੁਰੂ ਦੇ ਨਾਲ ਜੋੜ ਦਿੱਤੀ ਕਿ ਗੁਰੂ ਅਮਰਦਾਸ ਜੀ ਨੇ ਇਹ ਕਿਹਾ, ਗੁਰੂ ਰਾਮਦਾਸ ਜੀ ਨੇ ਇਹ ਕਿਹਾ ਕਿ ਗੁਰੂਆਂ ਦਾ ਸਤਿਕਾਰ ਹਰ ਸਿੱਖ ਦੇ ਮਨ ਵਿੱਚ ਹੈ।
ਪਰ ਇਹ ਭਾਵਨਾ, ਇਹ ਕਹਾਣੀਆਂ ਸਾਰੀਆਂ ਕਵੀ ਨੇ ਬਣਾਈਆਂ, ਜਿਹਦਾ ਕੋਈ ਸਿਰ ਪੈਰ ਨਹੀਂ ਹੈ। ਅੱਗੇ ਉੱਥੋਂ ਸਾਰੀ ਗੱਲਬਾਤ ਹੋਈ। ਫਿਰ ਅੱਗੇ ਗੱਲ ਹੈ ਕਿ ਕੱਪੜੇ ਭਾਵਨਾ ਨਾਲ ਪਹਿਨਾ ਦਿੱਤੇ। ਐਸੀ ਭਾਵਨਾ ਨਾਲ ਕੱਪੜੇ ਪਹਿਨਾਏ ਨਾ ਠੰਡ ਰੁਕ ਜੂ, ਕਿਆ ਫਾਇਦਾ ਹੋਏਗਾ? ਤੁਸੀਂ ਇੰਗਲੈਂਡ ਬੈਠੇ ਭਾਵਨਾ ਨਾਲ ਮੈਨੂੰ ਰੋਟੀ ਵਧੀਆ ਭੋਜਨ ਖਵਾ ਲਓ, ਮੈਨੂੰ ਕੀ ਮਿਲੇਗਾ? ਭਾਵਨਾ ਨਾਲ ਮੇਰੇ ਕੋਟ ਪੈਂਟ ਪਵਾ ਦਿਓ, ਕਨੇਡਾ ਬੈਠੇ, ਕਿਆ ਮੇਰਾ ਸਰੀਰ ਢਕਿਆ ਜਾਏਗਾ? ਇਹ ਕਿਹੜੀਆਂ ਕਹਾਣੀਆਂ, ਕਿਹੜੇ ਗਪੌੜ ਨੇ? ਭਾਵਨਾ ਨਾਲ ਤੁਸੀਂ ਕਿਤੇ ਦੂਰ ਬੈਠੇ ਮੈਨੂੰ 2 ਕਰੋੜ ਰੁਪਈਆ ਦੇ ਦਿਓ, ਮੈਨੂੰ ਸੋਹਣਾ ਘਰ ਭਾਵਨਾ ਨਾਲ ਬਣਾ ਦਿਓ, ਮੈਨੂੰ ਕੀ ਲਾਹਾ ਹੋਏਗਾ? ਇਸ ਭਾਵਨਾ ਨਾਲ ਕੀਤੇ ਹੋਏ ਕੰਮ ਨੂੰ ਦੂਜੇ ਜਿਹਦੇ ਲਈ ਕਰ ਰਹੇ ਉਹਨੂੰ ਕੀ ਮਿਲੇਗਾ? ਅਗਰ ਕੁਛ ਮਿਲੇਗਾ, ਐਸਾ ਕੁਛ ਹੋ ਰਿਹਾ ਤਾਂ ਬਹੁਤ ਚੰਗੀ ਗੱਲ ਹੈ। ਐਸਾ ਹੋ ਜਾਏ ਤਾਂ ਬਿਨਾਂ ਕਿਸੇ ਐਫਰਟਸ ਕੀਤਿਆਂ, ਭਾਵਨਾ ਨਾਲ, ਬਿਨਾਂ ਕੋਈ ਖਰਚ ਕੀਤਿਆਂ ਭਾਵਨਾ ਨਾਲ ਕਿਸੇ ਦਾ ਭਲਾ ਹੋ ਜਾਏ, ਬੜੀ ਵਧੀਆ ਗੱਲ ਹੈ। ਖੈਰ ਇਹਦੇ ਵੀ 100 ਹੱਲ ਕਹਾਣੀਆਂ ਲੱਭ ਕੇ ਮੈਨੂੰ ਤੁਸੀਂ ਸੁਣਾ ਦਿਓਗੇ ਕਿ ਇੱਦਾਂ ਹੁੰਦਾ ਹੈ, ਟੈਲੀਪੈਥੀ ਹੁੰਦੀ, ਫਲਾਨਾ ਹੁੰਦਾ, ਇੱਦਾਂ ਹੁੰਦਾ, ਮੈਸੇਜ ਪਹੁੰਚਦਾ। ਠੀਕ ਹੈ, ਮੰਨ ਲਿਆ। ਆ ਜਿਹੜੀ ਅਗਲੀ ਗੱਲ ਹੈ ਉਹ ਬੜੀ ਖਤਰਨਾਕ ਹੈ। ਉਹ ਗੱਲ ਇਹ ਹੈ ਕਿ ਭਾਈ ਪਹਿਲੀ ਪਾਤਸ਼ਾਹੀ ਤੇ ਕਹਿ ਰਹੀ ਆ ਭਈ ਕਿਤੇ ਕੋਈ ਚੀਜ਼ ਨਹੀਂ ਪੁੱਜ ਸਕਦੀ, ਔਰ ਉਸੇ ਗੁਰਗੱਦੀ 'ਤੇ ਗੁਰੂ ਅਮਰਦਾਸ ਜੀ ਬੈਠੇ ਹਨ, ਬਾਅਦ ਵਿੱਚ ਗੁਰੂ ਰਾਮਦਾਸ ਜੀ ਵੀ ਉਸੇ ਗੱਦੀ 'ਤੇ ਬੈਠੇ ਹਨ। ਇਹ ਇੱਥੋਂ ਅਰਦਾਸ ਕਰਦੇ ਨੇ ਔਰ ਅੰਬ ਗੁਰੂ ਅਮਰਦਾਸ ਜੀ ਕੋ ਪਹੁੰਚ ਜਾਂਦਾ। ਅਗਰ ਇਹ ਸੱਚ ਹੈ, ਅਗਰ ਸਿੱਖ ਇਸ ਗੱਲ ਨੂੰ ਸੱਚੀ ਮੰਨਦੇ ਹਨ, ਤਾਂ ਫਿਰ ਜੋ ਗੁਰੂ ਨਾਨਕ ਨੇ ਕਿਹਾ ਸੀ ਕਿ ਅੱਗੇ ਕੁਝ ਪਿੱਤਰ ਲੋਕ ਵਿੱਚ ਨਹੀਂ ਪਹੁੰਚਦਾ, ਫਿਰ ਉਹ ਗੱਲ ਝੂਠੀ ਹੋ ਜਾਂਦੀ ਹੈ। ਹੁਣ ਫੈਸਲਾ ਅਸੀਂ ਕਰਨਾ ਹੈ ਕਿ ਜੋ ਗੁਰੂ ਨਾਨਕ ਨੇ ਕਿਹਾ ਸੀ ਅੱਗੇ ਕੁਝ ਨਹੀਂ ਪਹੁੰਚ ਸਕਦਾ, ਤੇ ਉਹ ਗਲਤ ਹੈ ਜਾਂ ਆਹ ਗੱਲ ਗਲਤ ਹੈ। ਪਰ 100/100% ਲੋਕ ਉਸ ਗੱਲ ਨਾਲ ਸਹਿਮਤ ਹੋਣਗੇ, ਕਿਉਂਕਿ ਆਸਾ ਦੀ ਵਾਰ ਵਿੱਚ ਵੀ ਲਿਖਿਆ ਹੋਇਆ ਕਿ ਪਿੱਤਰਾਂ ਨੂੰ ਖਵਾਇਆ ਹੋਇਆ ਭੋਜਨ ਪਿੱਤਰਾਂ ਦੇ ਨਾਂ 'ਤੇ ਕਿਤੇ ਨਹੀਂ, ਕਾਂ ਕੁੱਤੇ ਖਾਂਦੇ ਆ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਆਸਾ ਦੀ ਵਾਰ 'ਚ ਲਿਖਿਆ ਵੀ ਜੇ ਮੰਨ ਲਓ ਪਿੱਤਰਾਂ ਨੂੰ ਦਿੱਤਾ ਹੋਇਆ ਭੋਜਨ ਪਿੱਤਰ ਲੋਕ ਵਿੱਚ ਪਹੁੰਚ ਜਾਂਦਾ ਹੈ, ਮੰਨ ਲਓ ਉਹ ਜਿਹੜੀਆਂ ਵਸਤਾਂ ਪਹੁੰਚ ਜਾਂਦੀਆਂ, ਰਜਾਈਆਂ, ਤਲਾਈਆਂ, ਬਿਸਤਰੇ ਪਹੁੰਚ ਜਾਂਦੇ ਹਨ, ਤਾਂ ਅਗਰ ਕੋਈ ਚੋਰੀ ਦਾ ਮਾਲ ਕਰਕੇ ਪਿੱਤਰ ਲੋਕ ਵਿੱਚ ਆਪਣੇ ਪਿੱਤਰਾਂ ਨੂੰ ਪਹੁੰਚਾ ਦੇਗਾ, ਤਾਂ ਫਿਰ ਉੱਥੇ ਪਿੱਤਰ ਸਾਡੇ ਬੈਠੇ ਬੈਠੇ ਚੋਰ ਬਣ ਜਾਣਗੇ, ਕਿਉਂਕਿ ਜਿਨ੍ਹਾਂ ਦੇ ਘਰੋਂ ਚੋਰੀ ਕੀਤੀ ਉਹਨਾਂ ਦੇ ਪਿੱਤਰ ਵੀ ਉੱਥੇ ਬੈਠੇ ਹੋਣਗੇ। ਅਸੀਂ ਉਹ ਪਿੱਤਰਾਂ ਨੂੰ ਚੋਰ ਬਣਾ ਦੇਂਗੇ। ਭਾਵ ਵਿਅੰਗ ਕੀਤਾ ਗੁਰੂ ਨਾਨਕ ਨੇ ਕਿ ਭਈ ਐਸਾ ਕੁਝ ਨਹੀਂ ਹੋ ਸਕਦਾ, ਐਸਾ ਪੋਸੀਬਲ ਨਹੀਂ ਹੈ, ਐਸਾ ਮੁਮਕਿਨ ਨਹੀਂ ਹੈ। ਸੋ ਅਸੀਂ ਇਹ ਫੈਸਲਾ ਕਰਨਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣਾ ਹੈ ਜਾਂ ਇਸ ਕਵੀ ਦੀ ਲਿਖੀ ਹੋਈ ਕਹਾਣੀ ਨੂੰ ਸੱਚ ਮੰਨਣਾ ਹੈ। ਮੇਰੇ ਸੋਚਣ ਅਨੁਸਾਰ ਤਕਰੀਬਨ ਸਾਰੀ ਸਿੱਖ ਸੰਗਤ ਇਹ ਕਹੇਗੀ ਕਿ ਸਾਡਾ ਜੋ ਗੁਰੂ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਉਸ ਤੋਂ ਇਲਾਵਾ ਜਿਹੜੇ ਗ੍ਰੰਥਾਂ ਵਿੱਚ ਕੁਝ ਵੀ ਗੁਰੂ ਗ੍ਰੰਥ ਸਾਹਿਬ ਤੋਂ ਵਿਪਰੀਤ ਲਿਖਿਆ ਹੋਇਆ ਹੈ ਉਹ ਮੰਨਣ ਯੋਗ ਨਹੀਂ ਹੈ। ਸੋ ਇਸ ਕਹਾਣੀ ਨੂੰ ਅਸੀਂ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਬਾਕੀ ਸੰਗਤ ਦਾ ਆਪਣਾ ਮਰਜ਼ੀ ਹੈ, ਹਰ ਸਿੱਖ ਦਾ ਆਪਣਾ ਖਿਆਲ ਹੈ, ਉਹ ਕੀ ਠੀਕ ਸਮਝਦਾ ਹੈ, ਕੀ ਗਲਤ ਸਮਝਦਾ ਹੈ, ਕਿਉਂਕਿ ਧਰਮ ਲਈ ਹਰ ਬੰਦਾ ਆਜ਼ਾਦ ਹੈ, ਉਸਨੇ ਕਿਹੜੀ ਗੱਲ ਮੰਨਣੀ ਹੈ, ਕਿਹੜੀ ਗੱਲ ਨਹੀਂ ਮੰਨਣੀ ਹੈ। ਸੋ ਇਤਨੀ ਬੇਨਤੀ ਹੈ ਕਿ ਇਸ ਤਰ੍ਹਾਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਅੱਗੇ ਵੀ ਆਪਾਂ ਵਿਚਾਰ ਪੇਸ਼ ਕਰਦੇ ਰਹਾਂਗੇ। ਜੇਕਰ ਸੰਗਤਾਂ ਨੂੰ ਇਹ ਵਿਚਾਰ ਅੱਛੇ ਲੱਗੇ ਹਨ ਤਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਅੱਗੇ ਹੋਰ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਸਾਰਾ ਸੰਦੇਸ਼ ਭੇਜੋ, ਤਾਂ ਕਿ ਗੁਰਮਤਿ ਦਾ ਗਿਆਨ, ਗੁਰਮਤਿ ਦਾ ਪ੍ਰਕਾਸ਼ ਹੋ ਸਕੇ, ਵੱਧ ਤੋਂ ਵੱਧ ਅਸੀਂ ਗੁਰਮਤਿ ਦੇ ਨਾਲ ਜੁੜ ਸਕੀਏ। ਇੱਥੇ ਹੀ ਅਸੀਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।